ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰੋਮੀ ਮਨਿਆਸ। ਅੱਜ ਆਪਾਂ ਗੱਲ ਕਰਾਂਗੇ ਆਦਮਪੁਰ ਦੀ। ਆਦਮਪੁਰ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਵੱਲੋਂ ਜਿਹੜੀ ਡੇਟ ਦਿੱਤੀ ਗਈ ਉਹਦੇ ਬਾਰੇ ਗੱਲ ਕਰਾਂਗੇ, ਕਿਉਂ ਕਈ ਵੀਰਾਂ ਦੇ ਬਹੁਤ ਸਵਾਲ ਨੇ। ਬਾਈ ਬੰਦਾ ਹੁਸ਼ਿਆਰਪੁਰ ਦਾ ਖੜਾ ਕਰਤਾ ਜਾਂ ਕਿਸੇ ਨਾਲ ਗੱਲ ਨਹੀਂ ਹੋਈ, ਬਹੁਤ ਵੀਰਾਂ ਦੇ ਸਵਾਲ ਨੇ। ਅੱਜ ਆਪਾਂ ਉਹ ਕਲੀਅਰ ਕਰਾਂਗੇ। 5 ਮਿੰਟ ਦੀ ਆਪਾਂ ਵੀਡੀਓ, ਸਾਰੇ ਵੀਰ ਸੁਣਿਓ ਤੇ ਸ਼ੇਅਰ ਕਰਿਓ ਤੇ ਆਪਣੇ ਕਮੈਂਟਾਂ ਰਾਹੀਂ ਆਪਣੇ ਰਾਏ ਜ਼ਰੂਰ ਦਿਓ। ਤੋ ਅੱਜ ਆਪਾਂ ਗੱਲ ਕਰਦੇ ਹਾਂ ਭਾਜੀ ਹੁਣਾਂ ਨਾਲ, ਸੰਯੁਕਤ ਸਮਾਜ ਮੋਰਚੇ ਵੱਲੋਂ ਜਿਹਨਾਂ ਨੂੰ ਟਿਕਟ ਮਿਲੀ ਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਰੋਮੀ ਜੀ। ਤੇ ਭਾਜੀ ਹੁਣਾਂ ਨਾਲ ਆਪਾਂ ਸਵਾਲ ਕਰਾਂਗੇ ਜਿਹੜੇ ਮੈਨੂੰ ਕਮੈਂਟ ਆਏ ਆ। ਤੇ ਕੱਲ ਇੱਕ ਤੁਹਾਨੂੰ ਹੋਰ ਗੱਲ ਸ਼ੇਅਰ ਕਰਦੇ ਹਾਂ। ਬਹੁਤ ਬੰਦਿਆਂ ਦੇ ਸਵਾਲ ਸੀਗੇ ਕਿ ਭਾਜੀ ਨਿਸ਼ਾਨ ਨਹੀਂ ਆਇਆ, ਨਿਸ਼ਾਨ ਨਹੀਂ ਆਇਆ। ਕੱਲ ਮੰਜੇ ਦਾ ਨਿਸ਼ਾਨ ਆ ਮਿਲ ਚੁੱਕਾ ਹੈ ਸਾਨੂੰ, ਤੇ ਸਾਡਾ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ। ਪਿੰਡਾਂ ਪਿੰਡਾਂ 'ਚ ਅਸੀਂ ਜਾ ਰਹੇ ਹਾਂ ਤੇ ਅੱਜ ਵੀ ਭਾਜੀ ਕੋਲੋਂ ਮਸੀ ਟਾਈਮ ਮਿਲਿਆ ਆ। 2 ਦਿਨ ਹੋ ਗਏ ਭਾਜੀ ਨਾਲ ਗੱਲ ਕਰਦਿਆਂ ਨੂੰ ਕਿ ਭਾਜੀ ਲੋਕਾਂ ਦੇ ਸਵਾਲ ਆ, ਆਪਾਂ ਕਲੀਅਰ ਕਰ ਦਈਏ। ਆਪਾਂ ਜਾ ਰਹੇ ਹਾਂ ਪਿੰਡਾਂ ਵਿੱਚ, ਸਾਥ ਦੇ ਰਹੇ ਹਾਂ, ਬਹੁਤ ਸਾਥ ਮਿਲ ਰਿਹਾ। ਸੋ ਆਪਾਂ ਭਾਜੀ ਨਾਲ ਗੱਲ ਕਰਾਂਗੇ ਕਿ ਸਭ ਤੋਂ ਪਹਿਲਾਂ ਤਾਂ ਇੱਕ ਸਵਾਲ ਹੈ ਕਿ ਭਾਜੀ ਆਪਣੇ ਬਾਰੇ ਦੱਸਣਗੇ ਕਿ ਹੁਸ਼ਿਆਰਪੁਰ ਦਾ ਜਿਹੜਾ ਸਵਾਲ ਹੈ, ਕੋਈ ਕਹਿੰਦਾ ਪੁਰ ਹੀਰਾਂ ਤੋਂ, ਕੋਈ ਕਹਿੰਦਾ ਕਿਤੇੋਂ। ਤੇ ਆਪਾਂ ਪਹਿਲਾਂ ਭਾਜੀ ਇਹ ਗੱਲ ਆਪਾਂ ਜ਼ਰੂਰ ਕਲੀਅਰ ਕਰੀਏ ਬੰਦਿਆਂ ਦੀ, ਤੇ ਇਹਦੇ ਬਾਰੇ ਦੱਸੋ। ਸਤਿ ਸ਼੍ਰੀ ਅਕਾਲ ਵੀਰ ਜੀ। ਧੰਨਵਾਦ ਸਾਰੇ ਵੀਰਾਂ ਦਾ। ਆਪਾਂ ਸਾਰੇ ਇਕੱਠੇ ਔਰ ਗੱਲਬਾਤ ਕਰਦੇ ਆ। ਜੇ ਮੇਰਾ ਵੀਰ ਰੋਮੀ ਵੀਰ ਮੈਸੇਜ ਪਾਉਂਦਾ ਜਾਂ ਵੀਡੀਓ ਪਾਉਂਦਾ, ਉਹਦੇ ਤੇ ਸਵਾਲ ਜਵਾਬ ਚਰਚਾ ਹੁੰਦੀ ਹੈ। ਬਹੁਤ ਵਧੀਆ ਗੱਲ ਹੈਗੀ ਹੈ, ਕਿਉਂਕਿ ਜਿਹੜੇ ਇੰਟਰਸਟਡ ਹੈ, ਜਿਹੜੇ ਮਨੋਂ ਜੁੜੇ ਹੋਏ ਹੈ ਔਰ ਇਮਾਨਦਾਰੀ ਦੇ ਨਾਲ ਗਾਂਹ ਵਧਣਾ ਚਾਹੁੰਦੇ ਆ, ਜਾਂ ਇੱਕ ਮਿਸ਼ਨ ਲਈ, ਮੂਵਮੈਂਟ ਲਈ, ਕਿਸਾਨੀ ਲਈ, ਮਜ਼ਦੂਰੀ ਲਈ ਕੁਝ ਕਰਨਾ ਚਾਹੁੰਦੇ ਆ, ਉਹ ਜ਼ਰੂਰ ਸਵਾਲ ਕਰਦੇ ਆ। ਜਿਹੜੇ ਨਹੀਂ ਕੁਝ ਕਰਨਾ ਚਾਹੁੰਦੇ ਚੁੱਪ ਵੀ ਰਹਿੰਦੇ ਆ, ਵੀ ਠੀਕ ਹੈ ਜੋ ਹੋਈ ਜਾਂਦਾ ਹੋਈ ਜਾਵੇ। ਸਵਾਲ ਜਿਹੜਾ ਬਹੁਤ ਜਾਇਜ਼ ਹੈਗਾ, ਵਧੀਆ ਕਰਨੇ ਚਾਹੀਦੇ ਸਵਾਲ। ਔਰ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ, ਵੈਸੇ ਤਾਂ ਚਲੋ ਲਗਭਗ ਗੱਲ ਕਾਫੀ ਵਾਰੀ ਹੋਈ ਹੈ, ਪਰ ਫਿਰ ਵੀ ਮੈਂ ਤੈਨੂੰ ਦੱਸਣਾ ਚਾਹੁੰਦਾ। ਪਰਸ਼ੋਤਮ ਰਾਜ ਹੀਰ ਮੇਰਾ ਵੀਪੀਓ ਹਰਦੋ ਖਾਨਪੁਰ ਹੈ। ਡਿਸਟ੍ਰਿਕਟ ਔਰ ਤਹਿਸੀਲ ਜਿਹੜਾ ਮੇਰਾ ਹੁਸ਼ਿਆਰਪੁਰ ਹੈ, ਰਹਿائش ਹੈ ਜਿਹੜੀ ਮੇਰੀ। ਔਰ ਜਿਹੜਾ ਮੇਰਾ ਕੰਮ ਹੈ, ਜਿਹੜਾ ਮੇਰਾ ਕੰਮ ਜ਼ਿਆਦਾ ਕੀਤਾ ਆ, ਕਾਰਜ ਕੀਤਾ, ਕਰਮ ਕੀਤਾ ਆ, ਉਹ ਮੈਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਕੰਮ ਕੀਤਾ ਆ। 2000 ਮੈਂ ਪਿਛੋਕੜ ਥੋੜਾ ਜਿਹਾ ਦੱਸ ਦੇਵਾਂ ਕਿ ਮੈਂ ਡਾਕਟਰ BR ਅੰਬੇਦਕਰ ਸਾਹਿਬ ਕਾਂਚੀ ਰਾਮ ਦੀ ਆਈਡੀਓਲੋਜੀ ਦੇ ਨਾਲ ਕੰਮ ਕੀਤਾ। ਮੈਂ ਦੁਆਬਾ ਲੈਵਲ ਤੇ ਆਪਣੀ ਮੈਜੋਰਟੀ ਲਈ, ਐਸਸੀ ਕਮਿਊਨਿਟੀ ਲਈ, ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਜਿੱਥੇ ਕਿਤੇ ਧੱਕੇਸ਼ਾਹੀ ਹੋਈ ਹੈ, ਇੱਕ ਯੂਨਿਟ ਦੇ ਤੌਰ ਤੇ ਜਿਹੜਾ ਅਸੀਂ ਕੰਮ ਕਰਦੇ ਰਹੇ ਹਾਂ। ਔਰ ਜਿਹੜਾ ਅੰਦੋਲਨ, ਇੱਕ ਮੂਵਮੈਂਟ ਜਿਹੜਾ ਚੱਲਿਆ ਸੀ ਬਹੁਜਨ ਸਮਾਜ ਪਾਰਟੀ ਦੇ ਵਿੱਚ, ਮੈਂ ਪਹਿਲੀ ਕਤਾਰ ਦੇ ਵਿੱਚ ਰਹਿ ਕੇ ਕੰਮ ਕੀਤਾ। ਪਰ ਜਦੋਂ ਜਦੋਂ ਨੀਤੀਆਂ ਸਾਰੇ ਸਾਹਮਣੇ ਆਈਆਂ, ਜਦੋਂ ਜਦੋਂ ਸਾਨੂੰ ਜਿੱਦਾਂ ਪਤਾ ਲੱਗਿਆ, ਸੀ ਟਾਈਮ ਟੂ ਟਾਈਮ ਉਹਦਾ ਵਿਰੋਧ ਕਰਦੇ ਰਹੇ। ਪਰ ਜਦੋਂ ਹੱਦ ਹੋ ਗਈ, ਜਦੋਂ ਕਿਸਾਨ ਅੰਦੋਲਨ ਦੇ ਨਾਲ ਖੜਨਾ ਚਾਹੀਦਾ ਸੀ, ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜਨਾ ਚਾਹੀਦਾ ਸੀਗਾ, ਉਦੋਂ ਬਹੁਜਨ ਸਮਾਜ ਪਾਰਟੀ ਜਿਹੜੀ ਆ, ਉਹ ਅਕਾਲੀ ਦਲ, ਉਹ ਆਪਣੇ ਬਾਦਲ ਦਾ ਦਲ, ਜਿਹੜਾ ਮਤਲਬ ਬਾਦਲਾਂ ਨੇ ਬਣਾਇਆ, ਜਿਹੜੀ ਇੱਕ ਸੱਚੀ ਸੁਚੱਜੀ ਜਿਹੜੀ ਗੁਰੂਆਂ ਦੀ ਲਹਿਰ ਸੀਗੀ, ਉਹਨੂੰ ਮਤਲਬ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਾ ਆ RSS ਦੇ ਨਾਲ, BJP ਦੇ ਨਾਲ ਇਹਨਾਂ ਨੇ ਸਮਝੌਤਾ ਕਰਕੇ ਪੰਜਾਬ ਨੂੰ ਜਿਹੜਾ ਆ ਉਹ 10 ਸਾਲ ਲਗਾਤਾਰ ਕੁੱਟਿਆ, ਲੁੱਟਿਆ, ਘੜੀਸਿਆ, ਵੇਚਿਆ, ਰੇਤ ਮਾਫੀਆ, ਸ਼ਰਾਬ ਮਾਫੀਆ, ਕੀ ਕੁਛ ਜਿਹੜਾ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ। ਕਾਂਗਰਸ ਦਾ ਵੀ ਜਿਹੜਾ ਇਹੀ ਕੰਮ ਰਿਹਾ, ਉਹ ਲੋਕ ਭਲੀ ਭਾਂਤੀ ਜਾਣਦੇ ਆ, ਸਿਰਫ ਲਾਰੇ ਲਾਰੇ ਲਾਰੇ। ਤੇ ਅਸੀਂ ਚਾਹੁੰਦੇ ਸੀਗੇ ਜਿਹੜੀ ਮੂਵਮੈਂਟ ਉੱਠੀ ਹੈ, ਕਿਸਾਨ ਅੰਦੋਲਨ, ਪੰਜਾਬ ਦਾ ਅਸਲ ਮਿਹਨਤੀ ਮਜ਼ਦੂਰ, ਕਿਰਤੀ, ਛੋਟਾ ਵਪਾਰੀ, ਰੇਹੜੀ ਫੜੀ ਵਾਲਾ ਇੱਕ ਸਮੁਦਾਇ ਉੱਠਿਆ ਜਿਹੜਾ, ਉਹਦੇ ਨਾਲ ਖੜੇ ਹੋ ਕੇ, ਕਿਉਂਕਿ ਬਹੁਜਨ ਬਹੁਤ ਲੋਕਾਂ ਦੀ ਗੱਲ ਜਿਹੜੀ ਆ, ਬਹੁਜਨ ਦਾ ਕੰਸੈਪਟ ਹੀ ਇਹ ਸੀਗਾ, ਕਿਉਂਕਿ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਜੋ ਗੁਰੂਆਂ ਦੀ ਸੋਚ ਹੈਗੀ ਆ, ਉਹ ਸਾਡਾ ਚੋਣ ਮੈਨੀਫੈਸਟੋ ਹੋਵੇਗਾ। ਪਰ ਇਹਨਾਂ ਨੇ ਜਿਹੜਾ ਸਾਰਾ ਕੁਝ ਆਪਣਾ ਸਿੱਧੇ ਸਿੱਧੇ ਭਾਸ਼ਾ 'ਚ ਕਹੀਏ ਕਿ ਸੌਦਾ ਹੀ ਕਰ ਦਿੱਤਾ। ਜਦੋਂ ਸਮਝੌਤਾ ਕੀਤਾ, ਸਮਝੌਤੇ ਦੇ ਤਹਿਤ ਵੀ ਜਿਹੜੀਆਂ ਸੀਟਾਂ ਹੈ ਉਹਨਾਂ ਨੂੰ ਹੀ ਦੇ ਦਿੱਤੀਆਂ। ਤੇ ਅਸੀਂ ਜਿਹੜਾ 1.5 ਸਾਲ ਪਹਿਲਾਂ ਜਿਹੜਾ ਇਹਨਾਂ ਦੇ ਨਾਲ ਇਹ ਗੱਲਬਾਤ ਕਰਦੇ ਕਰਦੇ ਨਾਰਾਜ਼ਗੀ ਇੱਥੋਂ ਤੱਕ ਹੋਈ ਵੀ ਅਸੀਂ ਜਿਹੜਾ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਸਕੇ, ਵੀ ਜਿਨ੍ਹਾਂ ਨੇ ਸਾਡਾ ਘਾਣ ਕੀਤਾ, ਜਿਨ੍ਹਾਂ ਨੇ ਸਾਡਾ ਪੰਜਾਬ ਵੇਚਿਆ, ਜਿਨ੍ਹਾਂ ਨੇ ਸਾਡੇ ਕਿਸਾਨ, ਮਜ਼ਦੂਰ, ਕਿਰਤੀ ਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਕਰ ਦਿੱਤਾ, ਜਿਹੜਾ ਪੰਜਾਬ ਦੀ ਸ਼ਾਨ, ਸਾਡਾ ਬਜ਼ੁਰਗ, ਸਾਡਾ ਸਰਮਾਇਆ, ਨੌਜਵਾਨ, ਸਾਡਾ ਰੀੜ੍ਹ ਦੀ ਹੱਡੀ, ਉਹ ਸੜਕਾਂ ਤੇ ਜਿਹੜਾ ਲੁੱਟਿਆ ਕੁੱਟਿਆ ਗਿਆ। 1 ਸਾਲ ਜਿਹੜਾ ਉਹਨਾਂ ਨੇ ਮੀਂਹ, ਹਨੇਰੀ, ਧੁੰਦ, ਧੁੱਪਾਂ ਦੇ ਵਿੱਚ ਜਿਹੜਾ ਉੱਥੇ ਗੁਜ਼ਾਰਿਆ, ਤੇ ਉਹਨਾਂ ਨੇ ਬਹੁਤ ਕੁਝ ਮਹਿਸੂਸ ਕੀਤਾ। ਅਸੀਂ ਚਾਹੁੰਦੇ ਸੀ ਉਹ ਸਾਰਾ ਰਲ ਕੇ ਅੰਦੋਲਨ ਲੜਿਆ ਜਾਂਦਾ, ਆਪਣੇ ਅਹੁਦੇ, ਪਾਰਟੀਆਂ ਛੱਡ ਕੇ ਇੱਕ ਲਾਈਨ ਦੇ ਵਿੱਚ, ਇੱਕ ਕਤਾਰ 'ਚ ਖੜ ਕੇ ਲੜਾਈ ਲੜਦੇ। ਸੋ ਅਸੀਂ ਵੀ ਜਿਹੜਾ ਉਸ ਕਤਾਰ ਦੇ ਵਿੱਚ ਰਹੇ ਹਾਂ, ਅਸੀਂ ਇਹਨਾਂ ਨੂੰ ਐਕਸੈਪਟ ਨਹੀਂ ਕੀਤਾ। ਅਸੀਂ ਮੂਵਮੈਂਟ ਤੋਂ ਬਾਹਰ ਆ ਕੇ ਤਾਂ ਆਪਣੀ ਜਿਹੜੀ ਕਿਸਾਨ ਅੰਦੋਲਨ ਦੀ, ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਲੜਾਈ ਸੀ, ਅਸੀਂ ਉਹਨੂੰ ਗਰਾਊਂਡ ਪੱਧਰ ਤੋਂ ਜਿਹੜਾ ਸੀ ਕੰਟੀਨਿਊ ਰੱਖਿਆ। ਰਾਹੇ ਬਗਾਏ, ਸੱਜੇ ਖੱਬੇ ਤਰੀਕੇ ਦੇ ਨਾਲ ਅਸੀਂ ਜਿਹੜਾ ਕੰਮ ਕਰਦੇ ਰਹੇ। ਤਕਰੀਬਨ ਜਦੋਂ ਦਾ ਕਿਸਾਨ ਅੰਦੋਲਨ ਚੱਲਦਾ, ਉਦੋਂ ਤੋਂ ਜਿਹੜਾ ਆ ਆਪਾਂ 1.5 ਸਾਲ ਪਹਿਲਾਂ ਤੋਂ ਜਿਹੜਾ ਮੈਂ ਪਾਰਟੀ ਤੋਂ ਜਿਹੜਾ ਵੱਖ ਹੋ ਗਿਆ ਸੀ। ਸਿਰਫ ਤੇ ਸਿਰਫ ਅੰਦੋਲਨ ਔਰ ਮੂਵਮੈਂਟ ਦੇ ਨਾਲ ਇੱਕ ਇੰਡੀਪੈਂਡੈਂਟ ਜਿਹੜਾ ਅਸੀਂ ਕੰਮ ਕਰਦੇ ਰਹੇ ਹਾਂ, ਔਰ ਸਮਾਜ ਦੇ ਵਿੱਚ ਵਿਚਰਦੇ ਰਹੇ ਹਾਂ। ਕਈਆਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ, ਕਿਉਂਕਿ ਕੋਈ ਮਨਸਾ ਨਹੀਂ ਸੀ ਵੀ ਮੈਂ ਇਲੈਕਸ਼ਨ ਲੜਨਾ ਜਾਂ ਮੈਂ ਰਾਜਨੀਤੀ 'ਚ ਆ ਕੇ ਤਾਂ ਮੈਂ ਆਹ ਚੀਜ਼ ਕਰਨੀ ਆ। ਇਲੈਕਸ਼ਨ ਲੜਾਏ ਜ਼ਰੂਰ ਹੈ, ਸਿਰਫ ਇੱਕ ਕੰਮ ਦਾ, ਗਰੀਬ ਤਬਕੇ ਨਾਲ ਖੜੇ ਹੋਣ ਦਾ, ਜਿਹਦੀ ਕੋਈ ਸੁਣਵਾਈ ਨਹੀਂ ਹੁੰਦੀ, ਜਿਹਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ, ਸਿਰਫ ਉਹਦੇ ਨਾਲ ਖੜੇ ਹੋਣ ਦਾ ਜਨੂਨ ਹੈ, ਲੜਾਈ ਹੈ। ਮੇਰਾ ਪੇਰੈਂਟਸ, ਜਿਹੜੇ ਮੇਰੀ ਫੈਮਿਲੀ ਹੈ, ਉਹ US ਦੇ ਵਿੱਚ ਹੈਗੇ ਹੈ, ਸਿਟੀਜ਼ਨ ਹੈਗੇ। ਮਦਰ, ਫਾਦਰ, ਮੇਰੇ ਬ੍ਰਦਰ ਹੈਗੇ ਆ, ਭਾਬੀ ਜੀ ਹੈ ਮੇਰੇ, ਇੱਕ ਮੇਰਾ ਬ੍ਰਦਰ ਹੈ ਛੋਟਾ ਹੈ, ਮੇਰੇ ਨਾਲ ਹੀ ਹੈ। ਮੈਂ ਗ੍ਰੈਜੂਏਟ ਹੈ, ਲਾਅ ਕਰ ਰਿਹਾ ਹੁਣ। ਤੇ ਬਸ ਵਧੀਆ ਲੜਾਈ ਜਿਹੜੀ ਉਹ ਲੜ ਰਹੇ ਆ।
ਹੁਣ ਵੀ ਆਦਮਪੁਰ ਦੇ ਵਿੱਚ ਭਰਾਵਾਂ ਦੇ ਸਿਰ ਤੇ ਜਿਹੜਾ ਸਾਰੇ ਭਰਾ ਨੌਜਵਾਨ ਵੀਰ, ਮੇਰੀ ਸਿਰਫ ਤੇ ਸਿਰਫ ਮੇਰੀ ਜਿਹੜੀ ਪ੍ਰਾਇੋਰਟੀ ਆ ਮੇਰੀ ਇਹ ਹੈਗੀ ਆ ਵੀ ਜਿੱਥੇ ਕਿਤੇ ਕਿਸੇ ਨਾਲ ਧੱਕਾ ਹੁੰਦਾ, ਉਹਦੀ ਜਾਤ ਕੋਈ ਵੀ ਆ, ਧਰਮ ਕੋਈ ਵੀ ਹੈ, ਸੰਵਿਧਾਨਿਕ ਤੌਰ ਤੇ ਉਹਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਜਿਹੜੇ ਲੋਕ ਕਿਸੇ ਤੇ ਤਸ਼ੱਦਦ ਕਰਦੇ ਆ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਆਵਾਜ਼ ਜਿਹੜੀ ਬੁਲੰਦ ਕਰਾਂਗੇ। ਅੰਦੋਲਨ ਦੇ ਵਿੱਚ ਰਹਿ ਕੇ ਵੀ ਇਹੀ ਚੀਜ਼ ਸਿੱਖੀ ਆ ਵੀ ਜਿੱਥੇ ਜ਼ੁਲਮ ਹੁੰਦਾ, ਜ਼ੁਲਮ ਦੇ ਖਿਲਾਫ ਜਿਹੜਾ ਆ ਆਵਾਜ਼ ਜਿਹੜੀ ਬੁਲੰਦ ਕਰਨਾ ਸਾਡਾ ਰਾਈਟ ਹੈ। ਪੰਜਾਬ ਸਾਡੇ ਗੁਰੂਆਂ ਪੀਰਾਂ ਯੋਧਿਆਂ ਦੀ ਸਾਡੀ ਧਰਤੀ ਰਿਹਾ। ਹਰੇਕ ਮੂਵਮੈਂਟ, ਹਰੇਕ ਅੰਦੋਲਨ, ਹਰੇਕ ਜ਼ੁਲਮ ਦੇ ਖਿਲਾਫ ਜੇ ਆਵਾਜ਼ ਉੱਠੀ ਹੈ, ਪੰਜਾਬ ਸੂਬਾ ਉਹਦੇ ਵਿੱਚੋਂ ਮੋਹਰੀ ਰਿਹਾ। ਅੱਜ ਦੇ ਯੁੱਗ ਵਿੱਚ ਵੀ ਜੇਕਰ ਅੰਦੋਲਨ ਚੱਲਿਆ, ਅੰਦੋਲਨ ਦੇ ਵਿੱਚੋਂ ਆਵਾਜ਼ ਨਿਕਲੀ ਹੈ, ਤਾਂ ਇੱਕ ਪੰਜਾਬ ਇੱਕ ਸੂਬਾ ਜਿਹੜਾ ਆ, ਮਤਲਬ ਸਾਰੇ ਸਟੇਟਾਂ ਦੇ ਵਿੱਚੋਂ ਲੋਕ ਸੀਗੇ, ਪੂਰੇ ਭਾਰਤ ਦਾ ਕਿਸਾਨ ਸੀਗਾ, ਪਰ ਪੰਜਾਬ ਜਿਹੜਾ ਸੂਬਾ ਆ ਉਹ ਹਮੇਸ਼ਾ ਮੋਹਰੀ ਰਿਹਾ। ਤੇ ਉਸ ਮੋਹਰਲੀ ਕਤਾਰ ਦੇ ਅੱਜ ਯੋਧਿਆਂ ਦੇ ਨਾਲ ਮੈਨੂੰ ਬੈਠਣ ਦਾ ਵੀ ਮੌਕਾ ਮਿਲਿਆ। ਮੈਂ ਪਿੰਡ ਪਿੰਡ, ਨਗਰ ਨਗਰ ਜਾਣਾ ਕਿ ਮੋਰਚੇ ਦੇ ਵਿੱਚ ਜਦੋਂ ਇੱਥੋਂ ਗਏ ਆ, ਪਹਿਲੀਆਂ ਟਰਾਲੀਆਂ ਵੀ ਆਦਮਪੁਰ ਹਲਕੇ ਦੇ ਵਿੱਚੋਂ ਮੈਂ ਸਲੂਟ ਕਰਦਾ, ਮੇਰੇ ਵੀਰ ਹੈਗੇ, ਉਹਨਾਂ ਨੇ ਪਹਿਲੀ ਕਤਾਰ ਦੇ ਵਿੱਚ ਜਾ ਕੇ ਉੱਥੇ ਮੂਹਰੇ ਖੜੇ ਹੋਏ ਆ। ਔਰ ਜਿਹੜੀ ਮੌਜੂਦਾ ਹੁਕਮਰਾਨਾਂ ਦੇ ਨਾਲ, ਮੌਜੂਦਾ ਸ਼ਾਸਨ ਦੇ ਨਾਲ, ਮੌਜੂਦਾ ਪ੍ਰਸ਼ਾਸਨ ਦੇ ਨਾਲ ਆਪਣੇ ਹੱਕਾਂ ਲਈ ਜਿਹੜੀ ਆ ਜਾਨ ਤਲੀ ਤੇ ਰੱਖ ਕੇ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੇ ਲੜਾਈਆਂ ਲੜੀਆਂ ਆ। ਅੱਜ ਉਹ ਆਦਮਪੁਰ ਹਲਕੇ ਦੇ ਵਿੱਚ ਤਿਆਰ ਹੈ, ਉਹ ਆਪਣੀ ਤਾਕਤ, ਆਪਣੀ ਪਾਵਰ ਦਿਖਾਉਣ ਨੂੰ ਤਿਆਰ ਹੈ। ਉਹ ਦੱਸਣਾ ਚਾਹੁੰਦੇ ਸਰਕਾਰਾਂ ਨੂੰ, ਜੇਕਰ ਗੱਲ ਹੀ ਬੰਦ ਕਮਰਿਆਂ ਦੇ ਵਿੱਚ ਹੋਣੀ ਹੈ, ਗੱਲ ਹੀ ਚੰਡੀਗੜ੍ਹ ਹੋਣੀ ਹੈ, ਗੱਲ ਹੀ ਸਾਡੀ ਉੱਥੇ ਹੋਣੀ ਹੈ ਜੋ ਸੰਵਿਧਾਨ ਦੇ ਵਿੱਚ ਹੈ, ਤੇ ਹੁਣ ਅਸੀਂ ਸੜਕਾਂ ਤੇ ਬਹਿ ਕੇ ਨਹੀਂ, ਹੁਣ ਅਸੀਂ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ, ਅਸੀਂ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਬਹਿ ਕੇ ਹੀ ਤੁਹਾਡੇ ਨਾਲ ਗੱਲ ਕਰਾਂਗੇ। ਸਾਡੇ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਡੀਆਂ ਮਾਤਾਵਾਂ ਨੂੰ, ਭੈਣਾਂ ਨੂੰ ਸੜਕਾਂ ਤੇ ਨਹੀਂ ਬੈਠਣਾ ਪਊਗਾ। ਉਸੇ ਤਰਜ਼ ਦੇ ਉੱਪਰ ਜਿਹੜਾ ਇਹ ਮੋਰਚੇ ਦੇ ਵਿੱਚੋਂ ਕਿਸਾਨ, ਮਜ਼ਦੂਰ, ਕਿਰਤੀ, ਜਿਹੜਾ ਸੰਯੁਕਤ ਸਮਾਜ ਮੋਰਚਾ ਜਿਹੜਾ ਹੈਗਾ, ਉਹਦੇ ਵਿੱਚੋਂ ਆਗੂ ਜਿਹੜੇ ਆ ਚੁਣ ਕੇ ਉੱਪਰ ਜਾਣਗੇ, ਕਿਉਂਕਿ ਇਹ ਨੌਜਵਾਨਾਂ ਨੇ, ਬਜ਼ੁਰਗਾਂ ਨੇ, ਸੂਝਵਾਨ ਯੋਧਿਆਂ ਨੇ। ਕਿਉਂਕਿ ਅਸੀਂ ਦੇਖਿਆ ਵੀ ਲੜਾਈ ਲੜੀ ਜਾਂਦੀ ਆ, ਬਾਹਰੋਂ ਫੌਜਾਂ ਆ ਗਈਆਂ, ਕਿਸੇ ਦੇਸ਼ ਨੇ ਹਮਲਾ ਕਰ ਦਿੱਤਾ, ਪਰ ਇੱਥੇ ਤਾਂ ਲੜਾਈ ਲੜਨੀ ਪਈ ਉਹਨਾਂ ਨਾਲ ਜਿਨ੍ਹਾਂ ਨੂੰ ਅਸੀਂ ਜਿਤਾ ਕੇ ਭੇਜਿਆ, ਅਸੀਂ ਉੱਪਰ ਭੇਜਿਆ। ਪਹਿਲਾਂ ਉਹਨਾਂ ਨੂੰ ਜਿਤਾ ਕੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ, ਫਿਰ ਕੁਰਸੀ ਤੱਕ ਪਹੁੰਚਣ ਲਈ ਉਹਨਾਂ ਨਾਲ ਗੱਲ ਕਰਨ ਲਈ ਸਾਨੂੰ 1 ਸਾਲ ਸਾਨੂੰ ਸੜਕਾਂ ਤੇ ਬੈਠਣਾ ਪਿਆ। 750 ਦੇ ਨੇੜੇ ਜਿਹੜੀਆਂ ਸ਼ਹੀਦੀਆਂ ਜਿਹੜੀਆਂ ਦੇਣੀਆਂ ਪਈਆਂ। ਮੇਰਾ ਮਨ ਬਲੁੰਦਰਿਆ ਜਾਂਦਾ ਜਦੋਂ ਮੈਨੂੰ ਉਹਨਾਂ ਨੌਜਵਾਨ ਵੀਰਾਂ ਦਾ, ਉਹਨਾਂ ਸ਼ਹੀਦਾਂ ਦਾ ਚੇਤਾ ਆਉਂਦਾ ਵੀ ਅੰਦੋਲਨ ਜਿਹੜਾ ਹੈ ਇੱਕ ਅੰਦੋਲਨ ਲੜਨਾ ਪਿਆ ਅੱਜ ਦੇ ਯੁੱਗ ਦੇ ਵਿੱਚ। ਫਿਰ ਉਹਨਾਂ ਨੇ ਵਾਪਸ ਲਏ, ਮਤਲਬ ਬਿੱਲ, ਜਿਹੜੇ ਕਾਲੇ ਕਾਨੂੰਨ ਸੀਗੇ, ਉਹ ਕਾਨੂੰਨਾਂ ਦੇ ਨਾਲ ਨਾਲ ਜੋ ਚੀਜ਼ ਉਹਨਾਂ ਨੇ ਵਾਪਸ ਲਈ, ਇੱਕ ਮਿਸਾਲ ਪੇਸ਼ ਹੋਈ, ਇੱਕ ਨੌਜਵਾਨਾਂ 'ਚ ਜੋਸ਼, ਇੱਕ ਆਉਣ ਵਾਲੀ ਪੀੜ੍ਹੀ 'ਚ, ਇੱਕ ਕਮਿਊਨਿਟੀ ਦੇ ਵਿੱਚ, ਇੱਕ ਜਿਹੜੀ ਨਸਲ ਹੈ ਸਾਡੀ, ਉਹਦੇ ਵਿੱਚ ਜੋਸ਼ ਭਰਿਆ ਵੀ ਅਸੀਂ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਾਂਗੇ। ਔਰ ਉਹੀ ਜਿਹੜਾ ਜੋਸ਼ ਨੂੰ ਬਰਕਰਾਰ ਰੱਖਦੇ ਹੋਏ ਅੱਜ ਜਿਹੜਾ ਮੈਂ ਆਦਮਪੁਰ ਹਲਕੇ ਦੇ ਵਿੱਚ ਬਤੌਰ ਜਿਹੜਾ ਆ ਸੰਯੁਕਤ ਸਮਾਜ ਮੋਰਚੇ ਵੱਲੋਂ ਕੈਂਡੀਡੇਟ ਜਿਹੜਾ ਆ, ਉਹ ਮੈਂ ਇਲੈਕਸ਼ਨ ਲੜ ਨਹੀਂ ਰਿਹਾ। ਮੈਂ ਆਪਾਂ ਸਾਰੇ ਜਿਹੜੇ ਭਰਾ ਹੈਗੇ, ਆਪਾਂ ਰਲ ਕੇ ਜਿਹੜਾ ਅੰਦੋਲਨ ਲੜਿਆ, ਉਹੀ ਅੰਦੋਲਨ ਦੀ ਲੜਾਈ ਜਿਹੜੀ ਨੂੰ ਕੰਟੀਨਿਊ ਵਧਾ ਰਹੇ ਆ। ਸਿਰਫ ਉਹਦੇ ਵਿੱਚ ਇਹ ਆ ਵੀ ਸਾਰੇ ਭਰਾਵਾਂ ਨੇ, ਸਾਰੇ ਯੋਧਿਆਂ ਨੇ, ਸਾਰਾ ਜਿਹੜਾ ਨਗਰ ਹੈ, ਸਾਰਾ ਹਲਕਾ ਹੈ, ਉਹਨਾਂ ਨੇ ਫਤਵਾ ਦੇਣਾ ਹੈ, ਉਹਨਾਂ ਨੇ ਮੋਹਰ ਲਾਉਣੀ ਹੈ, ਤੇ ਜਿਹੜਾ ਮੈਂ ਚੁਣ ਕੇ ਜਿਹੜਾ ਉੱਪਰ ਜਾਣਾ। ਔਰ ਇਸ ਹਲਕੇ ਦੀ, ਇਸ ਦੁਆਬੇ ਦੀ, ਇੱਥੋਂ ਦੀ ਗੱਲ ਜਿਹੜੀ ਹੈ ਮੈਂ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਜਿਹੜੀ ਠੋਕ ਕੇ ਕਰਨੀ ਹੈ ਵੀ ਸਾਡੇ ਜਿਹੜੇ ਬਜ਼ੁਰਗਾਂ ਨੂੰ ਸੜਕਾਂ ਤੇ ਨਾ ਬੈਠਣਾ ਪਵੇ। ਗਰੀਬ, ਮਜ਼ਦੂਰ ਭਾਈਚਾਰਾ, ਉਹਨਾਂ ਦੀ ਲੜਾਈ ਜਿਹੜੀ ਲੜਾਂਗੇ। ਉਹਨਾਂ ਤੇ ਤਸ਼ੱਦਦ ਹੁੰਦੇ ਆ, ਥਾਣੇ ਕਚਹਿਰੀਆਂ ਦੇ ਗੇੜੇ ਲੱਗਦੇ ਆ, ਜਲੀਲ ਕੀਤਾ ਜਾਂਦਾ ਮਾਨਸਿਕ ਤੌਰ ਤੇ। ਰੁਜ਼ਗਾਰ ਦਾ ਜਿਹੜਾ ਬੰਦੋਬਸਤ ਬਿਲਕੁਲ ਨਹੀਂ ਹੈਗਾ ਇੱਥੇ, ਐਜੂਕੇਸ਼ਨ ਦਾ ਪ੍ਰਬੰਧ ਨਹੀਂ ਹੈਗਾ, ਜਿਹੜਾ ਪਾਣੀ ਦਾ ਕਿਸਾਨ ਵੀਰਾਂ ਨੂੰ ਜਿਹੜਾ ਪ੍ਰੋਪਰ ਪਾਣੀ ਚਾਹੀਦਾ, ਉਹਨਾਂ ਦੀਆਂ ਫਸਲਾਂ ਨੂੰ ਪਾਣੀ ਚਾਹੀਦਾ, ਉਹੋ ਜਿਹਾ ਪ੍ਰਬੰਧ ਨਹੀਂ ਹੈਗਾ ਇੱਥੇ। ਆਪਣਾ ਮੇਰਾ ਤਾਂ ਪ੍ਰਾਇੋਰਟੀ ਦੇ ਉੱਪਰ ਜਿਹੜੇ ਕੰਮ ਹੈਗੇ, ਜੋ ਅਸੀਂ ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਆਪਣੇ ਲੋਕਾਂ ਨੂੰ, ਕਿਸਾਨਾਂ ਨੂੰ, ਗਰੀਬ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਅਸੀਂ ਕਰਨਾ ਚਾਹੁੰਦੇ ਹਾਂ। ਅਸੀਂ ਰਲ ਮਿਲ ਕੇ ਸਾਰੇ ਇੱਕ ਵਧੀਆ ਟੀਮ ਹੈਗੀ, ਐਜੂਕੇਟਡ ਨੌਜਵਾਨਾਂ ਦਾ ਵਰਗ ਹੈਗਾ, ਸਾਡੇ ਬਜ਼ੁਰਗਾਂ ਦਾ ਹੋਸ਼ ਹੈਗਾ, ਨੌਜਵਾਨਾਂ ਦਾ ਜੋਸ਼ ਹੈਗਾ, ਅਸੀਂ ਉਹਨੂੰ ਜਿਹੜਾ ਇੱਕ ਵਧੀਆ ਮੰਜ਼ਿਲ ਤੱਕ ਲੈ ਕੇ ਜਾਵਾਂਗੇ। ਥੈਂਕ ਯੂ। ਸੋ ਆਪਾਂ ਭਾਜੀ ਨਾਲ ਹੋਰ ਗੱਲ ਕਰਨੀ ਆ। ਇੱਕ ਭਾਈ ਸਵਾਲ ਆਪਾਂ ਤੁਹਾਡੇ ਕੋਲ ਪੁੱਛਣਾ ਆ ਕਿ ਇੱਕ ਸਵਾਲ ਹੋ ਰਿਹਾ ਕਿ ਆਪਾਂ ਜਦੋਂ ਇਹ ਬਾਰ-ਬਾਰ ਕਹਿ ਰਹੇ ਆ ਕਿਸਾਨਾਂ ਨੂੰ ਨਹੀਂ ਆਉਣਾ ਚਾਹੀਦਾ ਸੀਗਾ, ਕੀ ਗੱਲ, ਕਿਸਾਨਾਂ ਨੂੰ ਕਿਉਂ ਨਹੀਂ ਆਉਣਾ ਚਾਹੀਦਾ ਸੀ? ਇਸ ਗੱਲ ਦਾ ਥੋੜਾ ਜਵਾਬ ਜ਼ਰੂਰ ਦਿਓ। ਦੇਖੋ, ਇਹ ਤਾਂ ਸਪਸ਼ਟ ਜੀ ਗੱਲ ਆ ਵੀ ਜਿਹਦੀ ਕੁਰਸੀ ਹਿੱਲਦੀ ਆ, ਜਿਹਨੂੰ ਡਰ ਹੈ ਵੀ ਮੇਰਾ ਭਾਈ, ਮੇਰਾ ਹੁਣ ਜਿਹੜਾ ਸ਼ਾਸਨ ਹੈ ਮੇਰਾ ਜਾ ਰਿਹਾ, ਉਹਨੇ ਬਹੁਤ ਗੱਲਾਂ ਕਰਨੀਆਂ ਵੀ ਨਹੀਂ ਆਉਣਾ ਚਾਹੀਦਾ। ਪਰ ਅਸਲ 'ਚ ਇੱਕ ਮੈਂ ਛੋਟੀ ਜਿਹੀ ਗੱਲ ਕਰਦਾ, ਸਾਡੇ ਪਿੰਡ ਦੇ ਵਿੱਚ ਮੰਨ ਲਓ ਅਸੀਂ ਪਿੰਡ 'ਚ ਰਹਿੰਦੇ ਆ, ਗਰੀਬ ਤਬਕਾ ਵੀ, ਅਮੀਰ ਤਬਕਾ ਵੀ ਆ, ਖੇਤੀਬਾੜੀ ਵਾਲੇ ਵੀ ਆ, ਮਜ਼ਦੂਰ ਭਾਈਚਾਰਾ ਵੀ ਆ। ਕਿਸੇ ਤੇ ਕੋਈ ਤਸ਼ੱਦਦ ਨਹੀਂ ਹੁੰਦਾ, ਕਿਸੇ ਤੇ ਕੋਈ ਕਾਨੂੰਨੀ ਕਾਰਵਾਈ, ਕੋਈ ਜ਼ਮਾਨਤ ਦੇਣੀ, ਕੋਈ ਗੱਲਬਾਤ ਹੁੰਦੀ, ਕਿਸੇ ਨਾਲ ਕੋਈ ਧੱਕੇਸ਼ਾਹੀ ਹੁੰਦੀ, ਅਸੀਂ ਕੀ ਕਰਦੇ ਆ? ਅਸੀਂ ਕਿਸੇ ਦੇ ਨਾਲ ਦੇ ਗੁਆਂਢੀ ਕੋਲ ਜਾਂਦੇ, ਉਹਦੇ ਕੋਲ ਜਾਂਦੇ, ਅਸੀਂ ਰਲ ਮਿਲ ਕੇ ਇਕੱਠੇ ਹੁੰਨੇ ਆ, ਇਕੱਠੇ ਹੋ ਕੇ ਅਸੀਂ ਰੌਲਾ ਪਾਉਂਦੇ ਆ। ਚੀਜ਼ ਨਹੀਂ ਹੋਣੀ ਚਾਹੀਦੀ। ਜਦੋਂ ਸਾਡੀ ਨਹੀਂ ਸੁਣਵਾਈ ਹੁੰਦੀ, ਫਿਰ ਅਸੀਂ ਕਿਸੇ ਆਗੂ ਨਾਲ ਸੰਪਰਕ ਕਰਦੇ ਆ। ਅਸੀਂ ਚਾਹੁੰਦੇ ਆ ਵੀ ਸਾਡਾ ਪੋਲੀਟੀਕਲੀ, ਕਿਉਂਕਿ ਪੋਲੀਟੀਕਲੀ ਸਿਸਟਮ ਜਿਹੜਾ ਆ ਉਹ ਕਰਪਟ ਹੋ ਚੁੱਕਾ, ਸਾਡੀ ਕੋਈ ਸੁਣਵਾਈ ਨਹੀਂ ਕਰਦਾ। ਅਸੀਂ ਦੇਖਦੇ ਆ ਯਾਰ ਕੋਈ ਜਥੇਬੰਦੀ ਕਿਹੜੀ ਹੈ, ਕੋਈ ਆਗੂ ਕਿਹੜੇ ਹੈ, ਕਿਸੇ ਨਾਲ ਗੱਲ ਕਰੀਏ, ਸਾਡੀ ਸੁਣਵਾਈ ਹੋ ਸਕੇ। ਔਰ ਜਿਹੜੇ ਉਹ ਆਗੂ ਹੈਗੇ, ਉਹ ਆਪਣੀ ਲੜਾਈ ਸਮਝ ਕੇ, ਕਿਉਂਕਿ ਇਹ ਕੋਈ ਕਿਸਾਨ ਅੰਦੋਲਨ, ਮਜ਼ਦੂਰ ਅੰਦੋਲਨ ਨਵਾਂ ਨਹੀਂ ਚੱਲਿਆ,
ਇਹ ਲੰਬੇ ਸਮੇਂ ਤੋਂ ਚੱਲ ਰਿਹਾ। ਜਦੋਂ ਬਿਜਲੀ ਦੇ ਬਿੱਲ ਲਾ ਦਿੱਤੇ, ਮੋਟਰਾਂ ਕੱਟਣ ਲੱਗ ਪਏ, ਬਿਜਲੀ ਦੇ ਕਨੈਕਸ਼ਨ ਕੱਟਣ ਆ ਗਏ, ਉਦੋਂ ਵੀ ਜ਼ਿਮੀਂਦਾਰ ਭਾਈਚਾਰੇ ਨੇ, ਮਜ਼ਦੂਰਾਂ ਨੇ ਰਲ ਮਿਲ ਕੇ, ਕਾਮਿਆਂ ਨੇ ਸੰਘਰਸ਼ ਕੀਤਾ ਤੇ ਆਪਣੀਆਂ ਮੋਟਰਾਂ ਦੇ ਮੂਹਰੇ ਖੜੇ ਹੋਏ ਆ ਵੀ ਆਓ ਸਾਡਾ ਕਨੈਕਸ਼ਨ ਕੱਟ ਕੇ ਦਿਖਾ ਲਓ। ਅਸੀਂ ਤਾਂ ਗਰੀਬ ਲੋਕ ਹੈ, ਗਰੀਬ ਕਿਸਾਨ ਹੈ, ਫਸਲਾਂ 'ਚ ਸਾਨੂੰ ਨਹੀਂ ਫਾਇਦਾ ਹੋਇਆ, ਅਸੀਂ ਕਰ ਦਾਂਗੇ। ਫਿਰ ਇਹਨਾਂ ਨੇ ਜਿਹੜਾ ਬਿੱਲਾਂ ਦਾ ਕੰਮ ਕੀਤਾ, ਫਿਰ ਜਿਹੜੇ ਕਰਜ਼ੇ ਸੀ, ਲੋਨ ਸੀ, ਉਹ ਕੁਰਕੀਆਂ ਦਾ ਆਰਡਰ ਦੇ ਦਿੱਤਾ ਵੀ ਜ਼ਮੀਨਾਂ ਦੀਆਂ ਕੁਰਕੀਆਂ ਕਰੋ। ਫਿਰ ਇਹ ਛੋਟੇ ਛੋਟੇ ਜਥੇਬੰਦੀ, ਛੋਟੇ ਛੋਟੇ ਮਤਲਬ ਜਿਹੜੇ ਆਗੂ ਇਕੱਠੇ ਹੋ ਕੇ ਇਹਨਾਂ ਨੇ ਲੜਾਈਆਂ ਲੜੀਆਂ, ਆਪਣੀਆਂ ਜ਼ਮੀਨਾਂ ਬਚਾਈਆਂ। ਫਿਰ ਕਿਸੇ ਮਜ਼ਦੂਰ ਨਾਲ, ਕਿਸੇ ਨਾਲ ਭਾਈਚਾਰਾ ਹੋਇਆ, ਫਿਰ ਸਾਰੇ ਸਾਥੀ ਰਲ ਕੇ ਉਹਨਾਂ ਨੇ ਲੜਾਈਆਂ ਲੜੀਆਂ। ਜੇਕਰ ਲੜਾਈਆਂ ਹੀ ਅਸੀਂ ਲੋਕਾਂ ਨੇ ਲੜਨੀਆਂ, ਅਸੀਂ ਗਰੀਬ ਦੀ ਜਿਹੜਾ ਮੁਲਜ਼ਮ, ਜਿਹੜਾ ਮਤਲਬ ਜਿਹਦੀ ਨਹੀਂ ਕੋਈ ਸੁਣਵਾਈ ਹੋ ਰਹੀ, ਸੁਣਵਾਈ ਅਸੀਂ ਉਹਦੀ ਕਰਨੀ ਆ, ਜ਼ਮਾਨਤਾਂ ਅਸੀਂ ਭਰਨੀਆਂ, ਥਾਣੇ ਕਚਹਿਰੀਆਂ 'ਚ ਧੱਕੇ ਅਸੀਂ ਖਾਣੇ ਆ, ਤਾਂ ਫਿਰ ਜਿਹੜਾ ਸਿਸਟਮ ਚੁਣਿਆ ਹੋਇਆ, ਇਹ ਤਾਂ ਅੰਦੋਲਨ ਨੇ ਗੱਲ ਸਿੱਧ ਕਰ ਦਿੱਤੀ ਨਾ। ਕਿਉਂਕਿ ਜੇਕਰ ਜਿਹੜੇ ਸਾਡੇ ਚੁਣੇ ਹੋਏ ਆਗੂ ਸੀ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਸੀਗੇ, 117 ਸਾਡੇ ਆਗੂ ਸੀ, ਜੇਕਰ ਉਹੀ 117 ਦੇ 17 ਨਿਰਣਾ ਕਰਕੇ ਸੜਕ ਤੇ ਬਹਿ ਜਾਂਦੇ, ਤਾਂ ਸਾਡੇ ਬਜ਼ੁਰਗਾਂ ਨੂੰ, ਸਾਡੇ ਸਰਮਾਏ ਨੂੰ, ਸਾਡੇ ਨੌਜਵਾਨਾਂ ਨੂੰ, ਸਾਡੀਆਂ ਜਥੇਬੰਦੀਆਂ ਨੂੰ ਸੰਘਰਸ਼ ਨਹੀਂ ਸੀ ਕਰਨਾ ਪੈਣਾ। ਹਾਲਾਤ ਜਿਹੜੇ ਆ ਫਿਰ ਕੁਝ ਹੋਰ ਹੋਣੇ ਸੀ, ਸਾਡੀਆਂ ਸ਼ਹੀਦੀਆਂ ਨਹੀਂ ਸੀ ਹੋਣੀਆਂ, 750 ਮਾਹੌਲ ਕੁਝ ਹੋਰ ਹੋਣਾ ਸੀ। ਪਰ ਇੱਥੇ ਜਿਹੜੀਆਂ ਕੁਰਸੀਆਂ ਪਿਆਰੀਆਂ ਸੀ, ਜ਼ਗੀਰਾਂ ਪਿਆਰੀਆਂ ਸੀ, ਆਪਣੇ ਘਰ-ਬਾਰ ਪਿਆਰੇ ਸੀ, ਉਹ ਸਾਡੇ ਲਈ ਜਿਹੜਾ ਸੜਕਾਂ ਤੇ ਆਪਣੇ ਕੁਰਸੀਆਂ ਟੈਗ ਛੱਡ ਕੇ ਨਹੀਂ ਬੈਠੇ, ਨਹੀਂ ਉਹਨਾਂ ਨੇ ਹਲਾਰਾ ਜਿਹੜਾ ਮਾਰਿਆ। ਇਹਦਾ ਮਤਲਬ ਸਾਡਾ ਜਿਹੜਾ ਅੰਦੋਲਨਕਾਰੀ ਸੀ, ਸਾਡੇ ਯੋਧੇ ਸੀ, ਨੌਜਵਾਨ ਸੀ, ਕਿਸਾਨ ਸੀ, ਮਜ਼ਦੂਰ ਸੀ, ਉਹਨਾਂ ਨੂੰ ਇਹ ਗੱਲ ਸਿੱਧ ਹੋ ਗਈ ਵੀ ਇਹ ਲੜਾਈ ਜਿਹੜੀ ਆ ਸਾਨੂੰ ਹੀ ਲੜਨੀ ਪੈਣੀ ਆ। ਔਰ ਉਹ ਤੇ ਅੰਦੋਲਨ 'ਚ ਬੈਠੇ ਦੇਖਿਆ ਜਿਹੜੀ ਗੱਲ ਹੁੰਦੀ ਸੀ, ਇੱਥੋਂ ਅੰਦੋਲਨ ਦੇ ਵਿੱਚੋਂ ਜਿਹੜੇ ਮੇਨ ਆਗੂ ਸੀ ਉਹ ਜਾਂਦੇ ਸੀ, ਉਧਰੋਂ ਜਿਹੜੇ ਚੁਣੇ ਹੋਏ ਆਗੂ, ਮੀਟਿੰਗ ਤਾਂ ਕਮਰੇ 'ਚ ਹੀ ਹੁੰਦੀ ਸੀ ਨਾ। ਜੇ ਕਮਰੇ 'ਚ ਮੀਟਿੰਗ ਹੋਣੀ ਹੈ ਤਾਂ ਫਿਰ ਅਸੀਂ ਸਿੱਧਾ ਕਮਰੇ 'ਚ ਜਾਣ ਦਾ ਪ੍ਰਬੰਧ ਕਿਉਂ ਨਾ ਕਰੀਏ। ਇਹਨਾਂ ਗੱਲਾਂ ਤੇ ਚਰਚਾ ਹੋਈ ਵੀ ਜੇਕਰ ਮੀਟਿੰਗ ਚੁਣੇ ਹੋਏ ਆਗੂਆਂ ਨਾਲ, ਜਿਨ੍ਹਾਂ ਕੋਲ ਪਾਵਰ ਹੈ, ਉਹਨਾਂ ਦੇ ਨਾਲ ਹੋਣੀ ਹੈ, 1 ਸਾਲ ਸੜਕਾਂ ਦੇ ਧਰਨੇ ਮੁਜ਼ਾਹਰੇ ਕਰਨ ਤੋਂ ਬਾਅਦ, 750 ਸ਼ਹੀਦੀਆਂ ਦੇਣ ਤੋਂ ਬਾਅਦ ਸਾਡੀ ਗੱਲ ਸੁਣੀ ਜਾਣੀ ਹੈ, ਤੇ ਉਸ ਤੋਂ ਬਿਹਤਰ ਅਸੀਂ ਪ੍ਰਬੰਧ ਹੀ ਇਦਾਂ ਦਾ ਕਰ ਲਈਏ ਵੀ ਭਾਈ ਜਦੋਂ ਕੋਈ ਸਾਡੇ ਹੱਕ ਤੇ ਡਾਕਾ ਵੱਜੇ, ਸਾਡਾ ਨੁਕਸਾਨ ਹੋਵੇ, ਤਾਂ ਜੇ ਲੜਾਈ ਜਥੇਬੰਦੀਆਂ ਨੇ ਲੜਨੀਆਂ, ਤਾਂ ਫਿਰ ਜਥੇਬੰਦੀਆਂ ਨੂੰ ਜਿਹੜੇ ਆਪਣੇ ਆਗੂ, ਉਹਨਾਂ ਨੇ ਬੰਦੋਬਸਤ ਕਰ ਲਿਆ ਵੀ ਅਸੀਂ ਆਪਣੇ ਆਗੂ ਜਿਹੜੇ ਆ ਉਹ ਚੰਡੀਗੜ੍ਹ ਵਿਧਾਨ ਸਭਾ 'ਚ, ਦਿੱਲੀ ਲੋਕ ਸਭਾ 'ਚ, ਰਾਜ ਸਭਾ 'ਚ ਅਸੀਂ ਭੇਜਾਂਗੇ। ਉੱਥੋਂ ਹੀ ਜਿਹੜੀ ਗੱਲ ਨਿਕਲ ਕੇ ਆਊਗੀ, ਜੇਕਰ ਕਿਸੇ ਗਰੀਬ ਤੇ ਤਸ਼ੱਦਦ ਹੁੰਦਾ, ਕਿਸੇ ਦੇ ਨਾਲ ਧੱਕਾ ਹੁੰਦਾ, ਕਿਸੇ ਜ਼ਿਮੀਂਦਾਰ ਨਾਲ, ਕਿਸੇ ਮਜ਼ਦੂਰ ਨਾਲ, ਕਿਸੇ ਛੋਟੇ ਵਪਾਰੀ ਨਾਲ, ਕਿਸੇ ਨਾਲ ਵੀ ਧੱਕਾ ਹੁੰਦਾ, ਫਿਰ ਜਿਹੜੀ ਲੜਾਈ ਹੈ ਉਹ ਅਸੀਂ ਥੋੜਾ ਜਿਹਾ ਹੋਰ ਤਰੀਕੇ ਦੇ ਨਾਲ ਲੜਾਂਗੇ। ਕਿਉਂਕਿ ਸਮਾਂ ਜਿਹੜਾ ਆ, ਜਿਹੜਾ ਇਹਨਾਂ ਨੇ ਕਾਨੂੰਨ ਬਣਾ ਦਿੱਤੇ ਆ, ਮਿੰਟ 'ਚ ਦੇਸ਼ ਧਰੋਹ, ਮਿੰਟ 'ਚ ਦੇਸ਼ ਵਿਰੋਧੀ, ਮਿੰਟ ਦੇ ਵਿੱਚ ਮਤਲਬ ਕਿੱਦਾਂ ਦੇ, ਮਤਲਬ ਮੈਂ ਬੜਾ ਦੁੱਖ ਲੱਗਦਾ ਵੀ ਮਤਲਬ ਇਦਾਂ ਦੀ ਭਾਸ਼ਾ ਵਰਤਣ ਲੱਗ ਪੈਂਦਾ ਮੀਡੀਆ। ਕਿਉਂਕਿ ਅੰਦੋਲਨ ਚੱਲਿਆ, ਉਹਦੇ ਤੇ ਵੀ ਬਹੁਤ ਭੱਦਰ ਭਾਸ਼ਾ ਵਰਤੀਗਾ। ਸੋ ਉਹਦਾ ਜਵਾਬ ਦੇਣ ਲਈ ਜਿਹੜਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪਾਵਰ 'ਚ ਆਉਣਾ ਚਾਹੀਦਾ, ਤੇ ਪਾਵਰ ਦਾ ਰਸਤਾ ਜਿਹੜਾ ਡਾਕਟਰ BR ਅੰਬੇਦਕਰ ਦੇ ਸੰਵਿਧਾਨ ਅਨੁਸਾਰ 5 ਸਾਲਾਂ ਬਾਅਦ ਜਿਹੜਾ ਸਿਸਟਮ ਚੇਂਜ ਕਰਨ ਦਾ ਸਾਡੇ ਕੋਲ ਆਪਸ਼ਨ ਹੈਗੀ ਆ। ਕਿਉਂਕਿ ਕੋਈ ਰਾਜੇ ਮਹਾਰਾਜਿਆਂ ਦਾ ਨਹੀਂ ਹੈਗਾ ਵੀ ਪਹਿਲਾਂ ਰਾਜਾ ਸੀ ਗੱਦੀ ਤੇ, ਉਹਦਾ ਪੁੱਤ ਹੋਊਗਾ, ਉਹਦਾ ਹੋਊਗਾ ਵੀ ਜਿਹੜਾ ਰਾਜਾ ਉਹ ਰਾਣੀ ਦੀ ਕੋਖ 'ਚੋਂ ਨਿਕਲੂਗਾ। ਸਿਸਟਮ ਜਿਹੜਾ ਜਦੋਂ ਤੋਂ ਸਾਨੂੰ ਵੋਟ ਦਾ ਅਧਿਕਾਰ ਮਿਲਿਆ, ਡਾਕਟਰ BR ਅੰਬੇਦਕਰ ਨੇ ਸੰਵਿਧਾਨ ਦੇ ਵਿੱਚ ਜਿਹੜਾ ਸਾਨੂੰ ਪਾਵਰ ਦਿੱਤੀ ਹੈ ਵੀ 5 ਸਾਲਾਂ ਬਾਅਦ ਜੇਕਰ ਤੁਹਾਡੇ ਤੇ ਕੋਈ ਤਸ਼ੱਦਦ ਕਰਦਾ, ਤੁਹਾਨੂੰ ਹੱਥੀਂ ਲੜਨ ਦੀ ਲੋੜ ਨਹੀਂ, ਕਿਰਪਾਨਾਂ ਚੱਕਣ ਦੀ ਲੋੜ ਨਹੀਂ, ਹਥਿਆਰ ਲਾਉਣ ਦੀ ਲੋੜ ਨਹੀਂ, ਤੁਹਾਡੇ ਕੋਲ ਵੋਟ ਜਿਹੜੀ ਹੈ, ਤੁਹਾਡਾ ਜਿਹੜਾ ਹੱਕ ਹੈ, ਉਹੀ ਤੁਹਾਡੇ ਕੋਲ ਹਥਿਆਰ ਹੈ। 5 ਸਾਲਾਂ ਬਾਅਦ ਚੁੱਪਚਾਪ ਜਿਹੜਾ ਉਹਨੂੰ ਜਾ ਕੇ ਨੀਲੇ ਪਰਦੇ ਦੇ ਅਧੀਨ ਜਿਹੜਾ ਉਹਨੂੰ ਨਿਸ਼ਾਨ ਨੂੰ ਦੱਬੋ, ਤੇ ਆਪਣਾ ਜਿਹੜਾ ਆਗੂ ਜਿਹੜਾ ਚੁਣੋ, ਜਿਹੜੀ ਤੁਹਾਡੀ ਗੱਲ ਕਰ ਸਕੇ। ਸੋ ਅੰਦੋਲਨਕਾਰੀ ਜਿੰਨੇ ਵੀ ਯੋਧੇ ਸੀਗੇ, ਉਹਨਾਂ ਨੇ ਚੀਜ਼ ਮਹਿਸੂਸ ਕੀਤੀ ਵੀ ਭਾਈ ਜੇ ਲੜਾਈ ਲੜਨੀ ਹੈ ਤਾਂ ਫਿਰ ਅਸੀਂ ਜਿਹੜਾ ਉਹ ਕਮਰੇ ਦੇ ਵਿੱਚ ਜਾ ਕੇ ਆਪਣਾ ਬਟਨ ਦੱਬ ਕੇ ਕਿਉਂ ਨਾ ਲੜਾਈ ਲੜੀਏ। ਸਾਨੂੰ ਕੀ ਲੋੜ ਹੈ ਮਤਲਬ ਅਸੀਂ ਇਹਨਾਂ ਨਾਲ ਗੱਲ ਕਰਨੇ ਲਈ, ਜਿਹੜੇ ਅਸੀਂ ਚੁਣੇ ਹੋਏ ਔਰ ਸਾਡੇ ਮਤਲਬ ਹੱਕ ਮਾਰ ਰਹੇ ਆ। ਤੇ ਇਹ ਜਿਹੜਾ ਬੰਦੋਬਸਤ ਜਿਹੜਾ ਕਿਸਾਨ ਮਜ਼ਦੂਰ ਭਾਈਚਾਰੇ ਨੇ, ਇੱਕ ਮੈਂ ਤਾਂ ਮਤਲਬ ਮੈਨੂੰ ਇਹਨਾਂ ਖੁਸ਼ੀ ਹੈ ਔਰ ਜਨੂਨ ਹੈ ਕਿ ਇੰਨਾ ਜੋਸ਼ ਪਿੰਡਾਂ ਦੇ ਵਿੱਚ, ਮਤਲਬ ਕਿ ਸਾਨੂੰ ਥੋੜਾ ਸਮਾਂ ਮਿਲਿਆ, ਮਤਲਬ ਕੈਂਡੀਡੇਟ ਲੇਟ ਅਨਾਉਂਸ ਹੋ ਪਾਏ ਆ, ਈਵਨ ਕਿ ਇਹਨਾਂ ਨੇ ਸਾਡੀ ਪਾਰਟੀ ਵੀ ਜਿਹੜੀ ਉਹ ਲੇਟ ਰਜਿਸਟਰ ਕੀਤੀ ਹੈ। ਨਿਸ਼ਾਨ ਦਾ ਵੀ ਮਤਲਬ ਅੱਜ ਸਾਨੂੰ ਕੱਲ ਨਿਸ਼ਾਨ ਮਿਲਿਆ, ਹਜੇ ਸਾਡਾ ਮਟੀਰੀਅਲ ਛਪਣਾ ਹੈ ਨਿਸ਼ਾਨ ਵਾਲਾ, ਪਰ ਲੋਕਾਂ 'ਚ ਚਾਅ ਆ, ਜਨੂਨ ਆ ਵੀ ਕਿਸਾਨਾਂ ਮਜ਼ਦੂਰਾਂ ਦੇ ਕੈਂਡੀਡੇਟ ਕਿਹੜੇ ਆ, ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਦੇ ਆਗੂ ਕਿਹੜੇ ਹੈਗੇ ਆ, ਫਟਾਫਟ ਸਾਡੇ ਪਿੰਡ ਭੇਜੋ। ਸਾਨੂੰ ਜਿਹੜਾ ਬਹੁਤ ਵਧੀਆ ਜਿਹੜਾ ਹੁੰਗਾਰਾ ਮਿਲ ਰਿਹਾ, ਇਹ ਲੋੜ ਸੀ, ਅੱਜ ਦੀ ਲੋੜ ਸੀ, ਸਮੇਂ ਦੀ ਲੋੜ ਸੀ। ਜੇ ਅੱਜ ਨਾ ਇਹ ਲੜਾਈ ਲੜੀ ਜਾਂਦੀ ਮੇਰੇ ਦੋਸਤੋ, ਮੇਰੇ ਮਿੱਤਰੋ, ਮੇਰੀਓ ਭੈਣੋ ਭਰਾਵੋ, ਫਿਰ ਅਸੀਂ 5 ਸਾਲ ਲੇਟ ਹੋ ਜਾਣਾ ਸੀ। 5 ਸਾਲਾਂ ਦੇ ਵਿੱਚ ਟੈਕਨੋਲੋਜੀ ਬਦਲ ਜਾਂਦੀ, ਸਿਸਟਮ ਬਦਲ ਜਾਂਦਾ, ਨਾ ਇਹੋ ਜਿਹਾ ਮਾਹੌਲ ਬਣਦਾ। ਜਿਹੜਾ ਇੱਕ ਯੰਗ ਹੈ, ਯੂਥ ਹੈ, ਉਹ ਥੋੜਾ ਉਮਰ ਦੇ ਵਿੱਚ ਮੈਚੁਰ ਹੋ ਜਾਂਦਾ। ਕੁਝ ਬਜ਼ੁਰਗ ਜਿਹੜੇ ਆਪਣੀ ਉਮਰ ਦੇ ਉਸ ਪੜਾਅ ਤੇ ਬੈਠੇ ਹੈ, ਵਾਹਿਗੁਰੂ ਉਹਨਾਂ ਦੀ ਉਮਰ ਲੰਬੀ ਕਰੇ, ਹਾਲਾਤ ਇਦਾਂ ਦੇ ਬਣ ਜਾਂਦੇ ਆ, ਪਤਾ ਨਹੀਂ ਇਹਨਾਂ ਨੇ ਕਰੋਨਾ ਲੈ ਆਂਦਾ ਕੀ ਕੁਛ, ਮਤਲਬ ਜਿਹੜਾ ਸਿਸਟਮ ਜਿਹੜਾ ਕੁਦਰਤ ਦਾ ਨਹੀਂ ਪਤਾ ਕੁਛ ਵੀ। ਸੋ ਜਿਹੜੀ ਜੋ ਕੱਲ ਕਰਨਾ ਚਾਹੀਦਾ ਉਹ ਸਾਨੂੰ ਅੱਜ ਹੀ ਕਰਨਾ ਚਾਹੀਦਾ। ਸੋ ਇਸ ਲਈ ਜਿਹੜਾ ਡਿਸੀਜਨ ਲਿਆ ਆ, ਤੁਸੀਂ ਵੀ ਸਾਰੇ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੰਕੇ ਆ, ਇੱਕ ਨਿਰਣਾ ਕਰ ਲਓ, ਇੱਕ ਨਿਰਣਾ ਕਰ ਲਓ। ਦੇਖੋ ਅਸੀਂ ਅਕਾਲੀ, ਭਾਜਪਾ, ਕਾਂਗਰਸੀ, ਆਪ ਵਾਲੇ ਬਹੁਤ ਦੇਖੇ ਆ, ਪਰ ਸਾਰੇ ਜਿਹੜੇ ਬਾਹਰਲੇ ਆ,
ਕੋਈ ਕਿਤੇੋਂ ਆਇਆ ਕੋਈ ਕਿਤੇੋਂ ਆਇਆ, ਇਹਨਾਂ ਦੀ ਕਮਾਂਡ, ਇਹਨਾਂ ਦਾ ਨੱਟ, ਇਹਨਾਂ ਦੀ ਟੁੱਟੀ ਉੱਪਰੋਂ ਘੁੰਮਦੀ ਹੈ, ਕੋਈ ਦਿੱਲੀੋਂ ਘੁਮਾਉਂਦਾ। ਦਿੱਲੀ ਹਮੇਸ਼ਾ ਸਾਡੇ ਵਿਰੋਧ 'ਚ ਰਹੀ ਹੈ, ਤੁਹਾਨੂੰ ਪਤਾ, ਸਾਡੀਆਂ ਕੁਰਬਾਨੀਆਂ ਮੰਗੀਆਂ, ਸਾਡਾ ਖੂਨ ਇਹ ਮੰਗਿਆ, ਸਾਡੇ ਤੇ ਪਰਚੇ ਹੀ ਪਾਏ ਆ। ਫਿਰ ਜੇ ਆਪਾਂ ਹੋਰ ਗੱਲ ਕਰੀਏ, ਜੇਕਰ ਗੱਲ ਹੀ ਪੰਜਾਬ 'ਚ ਹੋਵੇ, ਗੱਲ ਖੇਤਾਂ 'ਚ ਉੱਠੇ, ਗੱਲ ਮੰਜਿਆਂ ਤੋਂ ਬੈਠੇ ਭਾਈਚਾਰੇ 'ਚ ਉੱਠੇ, ਗੱਲ ਬਜ਼ੁਰਗਾਂ 'ਚ ਉੱਠੇ, ਵੀ ਗੱਲ ਦੀ ਵੈਲਿਊ ਉਹਦੀ ਹੈ ਕਿ ਦਿੱਲੀੋਂ ਆਏ ਫਰਮਾਨ ਦੀ ਹੈ। ਸੋ ਇਹ ਚੀਜ਼ ਤੇ ਵਿਚਾਰ ਕੀਤਾ, ਜੇਕਰ ਅੱਜ ਸਾਰੇ ਭਰਾ, ਸਾਰੀਆਂ ਮੇਰੀਆਂ ਭੈਣਾਂ ਮਾਤਾਵਾਂ ਜਿਹੜਾ ਸੁਣ ਰਹੀਆਂ ਆ, ਦੇਖੋ ਆਪਾਂ ਤਾਂ ਇੱਕ ਸ਼ੁਰੂਆਤ ਕੀਤੀ ਹੈ ਸਾਰੇ ਸਾਥੀਆਂ ਨੇ ਰਲ ਕੇ, ਤੇ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਨੂੰ ਨਹੀਂ ਇਸ ਬਾਰੇ ਪਤਾ ਜਾਂ ਸਵਾਲ ਹੈਗੇ ਮਨ ਦੇ ਵਿੱਚ, 10 ਦਿਨਾਂ ਨੂੰ ਆਪਣੇ ਸਵਾਲਾਂ ਤੇ ਵਿਰਾਮ ਲਾ ਕੇ ਜਿਹੜਾ ਅਸਲ ਜਿਹੜਾ ਨਿਸ਼ਾਨਾ ਹੈ ਉਹਦੇ ਤੇ ਫੋਕਸ ਕਰੀਏ, ਕਿਉਂਕਿ ਮਨੂਵਾਦ ਜਿਹੜਾ ਬਹੁਤ ਹਾਵੀ ਹੈ, ਮੀਡੀਆ ਜਿਹੜਾ ਆ ਬਹੁਤ ਹਾਵੀ ਆ। ਆਪਾਂ ਭਰਾ ਜਿਹੜੇ ਰਲ ਮਿਲ ਕੇ ਆਪ ਜਿਹੜਾ ਕਰ ਰਹੇ ਆ, ਮੇਰਾ ਵੀਰ ਰੋਮੀ ਵੀਰ ਦਿਨ ਰਾਤ ਜਿਹੜਾ ਲੱਗਾ ਰਹਿੰਦਾ ਆ, ਜਿੱਥੇ ਕਿਤੇ ਕਿਸੇ ਨਾਲ ਧੱਕਾ ਹੁੰਦਾ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਨੂੰ ਵੀ ਬਹੁਤ ਪਰੇਸ਼ਾਨੀਆਂ ਆਉਂਦੀਆਂ ਜਿਹੜਾ ਸੱਚ ਦੀ ਗੱਲ ਚੱਕਦਾ ਆ। ਸੋ ਇਹ ਅਸੀਂ ਇੱਕ ਦੂਜੇ ਦੀ ਪਾਵਰ ਹੈਗੇ ਆ। ਅਸੀਂ ਪੈਸਾ ਨਹੀਂ ਦੇ ਸਕਦੇ, ਅਸੀਂ ਕੁਝ ਵੰਡ ਨਹੀਂ ਸਕਦੇ, ਅਸੀਂ ਤਾਂ ਗਰੀਬ ਲੋਕ ਹੈਗੇ ਆ, ਗਰੀਬ ਕਿਸਾਨ ਮਜ਼ਦੂਰ ਹੈਗੇ ਆ। ਅਸੀਂ ਇੱਕ ਵਾਰੀ ਖੜੇ ਹੋ ਜਾਈਏ, ਅਸੀਂ ਆਪਣੇ ਆਗੂ ਭੇਜੀਏ, ਅਸੀਂ ਫਿਰ ਖੇਤਾਂ 'ਚ ਫੈਸਲੇ ਕਰਾਂਗੇ ਬੈਠੇ, ਵੱਟਾਂ ਤੇ ਬਹਿ ਕੇ ਗੱਲ ਕਰਾਂਗੇ, ਆਪਣੇ ਮੰਜਿਆਂ ਤੇ ਬਹਿ ਕੇ ਅਸੀਂ ਕਰਾਂਗੇ। ਅਸੀਂ ਤਾਂ ਮੰਜੇ ਡਾਵਾਂਗੇ ਉੱਥੇ, ਚੰਡੀਗੜ੍ਹ ਵੀ, ਤੇ ਉੱਥੇ ਬਹਿ ਕੇ ਹੀ ਗੱਲ ਕਰਾਂਗੇ, ਇੱਕ ਵਧੀਆ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਾਂਗੇ। ਸੋ ਇਹ ਲੋੜ ਸੀ ਸਮੇਂ ਦੀ ਮੇਰੇ ਵੀਰੋ, ਮੈਂ ਤਾਂ ਛੋਟੀ ਜਿਹੀ ਦੱਸਣਾ ਚਾਹਿਆ, ਬਾਕੀ ਪਤਾ ਨਹੀਂ ਕੋਈ ਗੱਲ ਰਹਿ ਵੀ ਗਈ ਹੋਵੇ, ਫਿਰ ਆਪਾਂ ਉਹਦਾ ਜਵਾਬ ਦੇਵਾਂਗੇ। ਥੈਂਕ ਯੂ। ਤੇ ਅੱਜ ਅਸੀਂ ਬੇਨਤੀ ਸਾਰਿਆਂ ਨੂੰ ਇਹੀ ਕਰਦੇ ਹਾਂ ਕਿ ਚੋਣ ਨਿਸ਼ਾਨ ਮੰਜਾ ਆ ਗਿਆ ਆਦਮਪੁਰ ਦੇ ਵਿੱਚ। ਆਦਮਪੁਰ ਵਿੱਚ ਤੁਸੀਂ ਇਹ ਵੀ ਦੇਖਿਆ ਵੀ ਹਾਲਾਤ ਕੀ ਆ, ਨਹਿਰ ਦਾ ਕੰਮ ਜਿਹੜਾ ਚੱਲਣ ਡਿਆ ਹਲੇ, ਉਹਦਾ ਵੀ ਆਪਾਂ ਬਾਰੇ ਗੱਲ ਕਰਾਂਗੇ। ਤੇ ਜਿਹੜਾ ਆਦਮਪੁਰ ਦੇ ਬਾਜ਼ਾਰ ਦੇ ਵਿੱਚ ਮੀਂਹ ਪੈ ਜਾਂਦਾ, ਉੱਥੋਂ ਲੰਘਣਾ ਬਹੁਤ ਭਾਰੀ ਹੋ ਜਾਂਦਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸਮੇਂ-ਸਮੇਂ ਤੇ ਉੱਤੇ ਮੈਂ ਵੀਡੀਓ ਪਾਉਂਦਾ ਰਹਿਣਾ, ਗੱਲ ਚੱਕਦੇ ਰਹੀਦਾ ਤੇ ਆਪਾਂ ਉੱਪਰ ਤੱਕ ਲੈ ਕੇ ਜਾਂਦੇ ਹਾਂ। ਪਰ ਮੈਂ ਤੁਹਾਨੂੰ ਇੱਕ ਸਵਾਲ ਕਰਨਾ, ਤੁਹਾਨੂੰ ਵੀ ਇਹ ਸਵਾਲ ਕਰਦਾ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਆਦਮਪੁਰ ਦੇ ਵਿੱਚ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਆ ਆਪਾਂ ਨੂੰ, ਜਾਂ ਕੁਛ ਧਰਨਾ ਲਾਉਣਾ ਪੈਂਦਾ, ਜਾਂ ਕਿਸੇ ਹੱਕ ਦੀ ਗੱਲ ਕਰਨੀ ਪੈਂਦੀ ਹੈ, ਉੱਥੇ ਕਿਹੜਾ ਲੀਡਰ ਆ ਕੇ ਸਾਡੇ ਨਾਲ ਬਹਿੰਦਾ ਆ? ਇਸ ਗੱਲ ਦਾ ਜਵਾਬ ਜ਼ਰੂਰ ਦਿਓ। ਸੋ ਸਾਰਿਆਂ ਨੂੰ ਬੇਨਤੀ ਕਰਦੇ ਆ, ਅਸੀਂ ਸਾਡਾ ਸਾਥ, ਅਸੀਂ ਸਾਰਿਆਂ ਦਾ ਸਾਥ ਦੇ ਰਹੇ ਹਾਂ, ਤੁਸੀਂ ਵੀ ਸਾਡਾ ਸਾਥ ਦਿਓ। ਆਦਮਪੁਰ ਦੇ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਾਰ ਆਪਾਂ ਵੋਟ ਕਿਸਾਨਾਂ ਨੂੰ ਪਾਉਣੀ ਆ, ਸੰਯੁਕਤ ਸਮਾਜ ਮੋਰਚੇ ਨੂੰ ਵੋਟ ਪਾਉਣੀ ਆ। ਬਹੁਤ ਦੇਖ ਲਿਆ, 75 ਸਾਲ ਹੋ ਗਏ ਅਸੀਂ ਉਹੀ ਉਹਨਾਂ ਪਿੱਛੇ ਘੁੰਮੀਏ ਨੇ, ਕੁਛ ਨਹੀਂ ਹੱਲ ਹੋਣਾ। ਇਸ ਵਾਰ ਬਦਲ ਕੇ ਦੇਖ ਲਓ ਤੇ ਸਾਰੇ ਆਓ, ਸਾਰੇ ਰਲ ਕੇ ਆਪਾਂ ਇਹ ਪ੍ਰਣ ਕਰੀਏ ਕਿ ਆਪਾਂ ਕਿਸਾਨਾਂ ਨੂੰ ਜਿਤਾਉਣਾ ਆ, ਤੇ ਸਾਰੇ ਆਪਾਂ ਸਾਥ ਦਈਏ। ਧੰਨਵਾਦ ਜੀ। ਸਤਿ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਅਕਾਲ। ਵਾਹਿਗੁਰੂ ਜੀ ਕੀ ਫਤਿਹ।